एक स्ट्रॉन्ग चेहरा ममता बनर्जी ही है जिहड़ा प्रधानमंत्री नरेंद्र मोदी ਨੂੰ टक्कर दे सकता है, क्योंकि जिस तरीके नाल 2019 ਦੇ ਵਿੱਚ ਰਾਹੁਲ ਗਾਂਧੀ ਦਾ ਪ੍ਰਭਾਵ ਰਿਹਾ ਹੈ, ਲੋਕਪ੍ਰਿਯਤਾ ਉਹਨਾਂ ਦੀ ਬੇहद ਘਟ ਰਹੀ ਹੈ, ਉਸ ਦੇ ਵਿਚਾਲੇ ਮਮਤਾ ਬੈਨਰਜੀ ਕਾਸ ਦੀ ਕਿਰਨ ਬਣ ਕੇ ਨਜ਼ਰ ਆਏ ਨੇ ਔਰ 2024 ਦੀਆਂ ਤਿਆਰੀਆਂ ਵੀ ਕਿਤੇ ਨਾ ਕਿਤੇ ਮਮਤਾ ਬੈਨਰਜੀ ਨੂੰ ਆਧਾਰ ਬਣਾ ਕੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਦੇਖੋ ਮਤਲਬ ਪਿਛਲੇ ਲੰਬੇ ਸਮੇਂ ਤੋਂ ਇਸ जब दी मतलब मोदी सरकार आई है उस तो 2014 तो बाद तो मतलब पहले 2 साल तो ठीक निकले, लेकिन उस तो बाद फिर सारा वरतारा उस तरह के चलन लगे जिस तरह सेंट्रलाइज्ड पॉलिटिक्स करने वाली पार्टियां कर रही तो उस नाल जिहड़ा स्टेटां ने उन्होंने बहुत नुकसान होता है। ये महसूस किया जा रहा सी पिछले लंबे समय तो कि कोई एक होर फ्रंट ਜਿਹੜਾ ਹੈਗਾ ਉਹ ਖੜਾ ਕੀਤਾ ਜਾਏ ਜੋ ਮੋਦੀ ਸਰਕਾਰ ਨੂੰ ਟੱਕਰ ਦੇ ਸਕੇ। ਉਹਦੇ 'ਚ 2 ਪ੍ਰੋਬਲਮਸ ਸੀਗੀਆਂ ਸਭ ਤੋਂ ਵੱਡੀਆਂ। ਇੱਕ ਸੀਗੀ ਲੀਡਰ, ਕਿ ਲੀਡਰ ਕੌਣ ਹੋਏ ਇਸ ਤਰ੍ਹਾਂ ਦੀ ਪਾਰਟੀ, ਕਿਉਂਕਿ ਜਦੋਂ ਤੁਸੀਂ ਖੇਤਰੀ ਪਾਰਟੀਆਂ ਦੀ ਗੱਲ ਕਰੋਗੇ ਤਾਂ ਤੁਹਾਨੂੰ ਲੀਡਰ ਉਸ ਖਿੱਤੇ ਦਾ ਹੀ ਮਿਲੂਗਾ, ਮਤਲਬ ਕੋਈ ਇਹੋ ਜਿਹਾ ਲੀਡਰ ਨਹੀਂ ਤੁਹਾਨੂੰ ਮਿਲੂਗਾ ਜਿਹਦੀ ਛਾਪ ਪੂਰੇ ਇੰਡੀਆ ਦੇ ਵਿੱਚ ਹੋਵੇ। ਐਗਰੀਕਲਚਰ ਜਿਹੜੀ सब्जैक्ट है वो स्टेट का, लेकिन उन्होंने सारा कुछ हौली हौली करके आप ले लिया। खरीद वो करते हैं, भाव वो तय करते हैं, बारदाना वो देंगे है, बीज वो सेंट्रलाइज कर लिया उन्होंने। जिन्ना सिस्टम है तो वो सेंट्रलाइज तो उन्होंने किया, पर पावर तो उन्होंने कोले है। कहने नूं मतलब एक स्टेट को भी स्टेट उगा रही तो अच्छा उगाण का भी सिस्टम हुण उन्होंने ले लिया एक तरह का। जो वो भाई मान लो पैडी का दे रहे ने या कॉटन ओदा दे रहे ने वीट का, तो किसान और कुछ उगांदा ही नहीं। मनप्रीत बादल होना ने मैनूं याद है कि जदों GST लागू ही होया सीगा पहले ही साल जदों टैक्स कलैक्शन इकट्ठी हुई तो वो वैट तो भी थले चली गई, ਜਿਹੜੀ यानी जिन्ना सानू पहला वैट आंदा सीगा उस तो भी बिलो चली गई, जबकि सानू कहा सीगा भी क्योंकि पंजाब च सब तो ज़्यादा खपत है, इस करके पंजाब नूं तो बहुत फायदा होएगा GST का। लेकिन पहले साल च ही वो साडा बहुत नुकसान हो गया। ਜਦੋਂ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਨਵੀਂ ਕੈਬਨਿਟ ਦੇ ਬਾਰੇ ਜਾਣਕਾਰੀ ਦੇਣ ਲੱਗੇ ਸੀ ਤੇ ਉਹਨਾਂ ਦੇ ਭਾਸ਼ਣ ਦਾ ਜ਼ੋਰਦਾਰ ਵਿਰੋਧ ਹੋਇਆ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਵਿਰੋਧ ਹੋ ਰਿਹਾ। ਔਰ ਜਦੋਂ ਕਿਸਾਨ ਆਗੂਆਂ ਦੀ ਗੱਲ ਕਰੀਏ ਤੇ ਉਹ ਕਹਿੰਦੇ ਕਿ 70 ਸਾਲਾਂ 'ਚ ਆਜ਼ਾਦੀ ਦੇ 70 ਸਾਲਾਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਸਾਡੇ ਵਿਪ ਨੇ ਰਾਜ ਸਭਾ ਤੇ ਲੋਕ ਸਭਾ ਨੂੰ ਇੱਕ ਮਜ਼ਬੂਤੀ ਦਿੱਤੀ ਹੋਵੇ, ਵਿਰੋਧੀ ਧਿਰਾਂ ਨੂੰ ਮਜ਼ਬੂਤ ਕੀਤਾ ਹੋਵੇ। ਦੇਖੋ ਇਹ ਬਿਲਕੁਲ ਠੀਕ ਗੱਲ ਹੈ। ਮੈਨੂੰ ਇਹ ਜੋ ਫਾਰਮਰਸ ਨੇ ਕਿਹਾ ਹੈ ਇਹ ਗੱਲ ਇਹ ਉਹਦਾ ਪ੍ਰਭਾਵ ਉੱਥੇ ਦਿਖਣ ਨੂੰ ਮਿਲਦਾ। ਤੁਸੀਂ ਦੇਖਿਆ ਹੋਣਾ ਵੀ ਪਾਰਟੀਆਂ ਵਾਕਆਊਟ ਨਹੀਂ ਕਰ ਰਹੀਆਂ, ਪਾਰਟੀਆਂ ਬਹਿਸ਼ਕਾਰ ਨਹੀਂ ਕਰ ਰਹੀਆਂ, ਉਹ ਅੰਦਰ ਹੀ ਖੜੀਆਂ ਨੇ ਡਟ ਕੇ। ਇਹ ਪ੍ਰਭਾਵ ਤਾਂ ਕਿਸਾਨਾਂ ਦਾ ਹੈ। ਤੁਸੀਂ ਦੇਖੋ ਮੈਨੂੰ ਇਹ ਲੱਗ ਰਿਹਾ ਹੈ ਵੀ ਜੇ ਇਸ ਪ੍ਰਭਾਵ ਨੂੰ ਕਬੂਲ ਕਰ ਰਹੇ ਹੈ ਕੱਲ ਨੂੰ ਇਹ ਪ੍ਰਭਾਵ ਇਲੈਕਸ਼ਨਾਂ 'ਚ ਵੀ ਨਜ਼ਰ ਆਊਗਾ। ਉਹਨਾਂ ਨੂੰ 3 ਕ੍ਰਿਸ਼ੀ ਕਾਨੂੰਨਾਂ ਦੇ ਉੱਤੇ ਕੋਈ ਨਾ ਕੋਈ ਮਿਡਵੇ ਕੱਢਣਾ ਹੀ ਪਊਗਾ ਅਗਰ ਉਹਨੇ ਉਸ ਤੋਂ ਬਚਣਾ ਹੈ, ਨਹੀਂ ਤਾਂ ਉਹਨੂੰ ਬਹੁਤ ਵੱਡੀ ਸੱਟ ਵੱਜਣਾ। ਕਿਉਂਕਿ ਯੂਪੀ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਹਾਨੂੰ ਸੱਤਾ 'ਚ ਆਉਣਾ ਵੀ ਮੁਸ਼ਕਿਲ ਹੋ ਜਾਏਗਾ, ਕਿਉਂਕਿ ਯੂਪੀ ਇਕੱਲਾ ਹੀ 80 ਸੀਟਾਂ ਲੈ ਕੇ ਬੈਠਾ। ਤਾਂ ਮੈਨੂੰ ਇਹ ਲੱਗ ਰਿਹਾ ਯੂਪੀ ਔਰ ਪੰਜਾਬ, ਹਰਿਆਣਾ, ਰਾਜਸਥਾਨ ਇਹ ਸਾਰੇ ਏਰੀਆਜ਼ ਇੱਦਾਂ ਦੇ ਨੇ ਜਿੱਥੇ ਉਹਨਾਂ ਨੂੰ ਬਹੁਤ ਸੀਟਾਂ ਮਿਲੀਆਂ। ਔਰ ਤੁਸੀਂ ਦੇਖੋ ਕਿ ਅਗਰ ਆਪਾਂ ਇਹਨਾਂ ਨੂੰ ਮਾਈਨਸ ਕਰ ਦਿੰਦੇ ਹਾਂ ਤਾਂ ਉਹ ਅਲਪਮਤ 'ਚ ਨੇ। ਅਗਰ ਅਗਲੀ ਵਾਰੀ 24 'ਚ ਇੱਥੇ ਉਹਨਾਂ ਦਾ ਭਾਰੀ ਨੁਕਸਾਨ ਹੁੰਦਾ ਤਾਂ ਮੈਨੂੰ ਇਹ ਲੱਗ ਰਿਹਾ ਕਿ ਉਹ ਅਲਪਮਤ 'ਚ ਆ ਜਾਣਗੇ ਔਰ ਉਹਨਾਂ ਦੇ ਹੱਥੋਂ ਸੱਤਾ ਜਾ ਸਕਦੀ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ।
ਇਨੀ ਦਿਨੀ ਜਿੱਥੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਉੱਥੇ ਹੀ 2024 ਦੀ ਜਿਹੜੀ ਰਣਨੀਤੀ ਹੈ ਕਿਤੇ ਨਾ ਕਿਤੇ ਬਣਨੀ ਸ਼ੁਰੂ ਹੋ ਗਈ ਹੈ, ਕਿਉਂਕਿ ਕੇਂਦਰ ਸਰਕਾਰ ਤੋਂ ਇਸ ਵੇਲੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਇਸ ਵੇਲੇ ਹਰ ਵਰਗ ਜਿਹੜਾ ਹੈ ਖਫਾ ਹੈ। ਜੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਅੰਦੋਲਨ ਇਸ ਟਾਈਮ ਹੋ ਕੇ ਨਿਬੜ ਰਿਹਾ ਹੈ, ਕਿਉਂਕਿ 8.5 ਮਹੀਨੇ ਦਾ ਜਿਹੜਾ ਸਮਾਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਨੂੰ ਹੋ ਗਿਆ ਔਰ ਲਗਾਤਾਰ ਗਤੀਰੋਧ ਬਰਕਰਾਰ ਹੈ ਦੋਵੇਂ ਧਿਰਾਂ ਦੇ ਵਿਚਾਲੇ। ਔਰ ਲਗਾਤਾਰ ਜਿਸ ਤਰੀਕੇ ਦੇ ਨਾਲ ਡੀਜ਼ਲ ਤੇ ਪੈਟਰੋਲ ਦੇ ਰੇਟ ਵੱਧ ਰਹੇ ਨੇ, ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਸਰੋਂ ਦੇ ਤੇਲ ਦਾ ਜਿਹੜਾ ਰੇਟ ਹੈ ਵੱਧ ਗਿਆ ਹੈ, ਹਰੇਕ ਜਿਹੜਾ ਵਰਗ ਹੈ ਉਸ ਦੇ ਉੱਤੇ ਮਹਿੰਗਾਈ ਦੀ ਮਾਰ ਵੀ ਪੈ ਰਹੀ ਹੈ ਔਰ ਹਰੇਕ ਵਰਗ ਦੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਉਸ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ। ਲੋਕ ਸਭਾ ਦੇ ਵਿੱਚ ਵੀ ਇਸ ਵਾਰ ਕੁਝ ਵੱਖਰਾ ਹੀ ਰੰਗ ਵੇਖਣ ਨੂੰ ਮਿਲਿਆ ਹੈ, ਜਿੱਥੇ ਵਿਰੋਧੀ ਧਿਰਾਂ ਭਾਰੂ ਰਹੀਆਂ ਨੇ ਪੂਰੇ ਤਰੀਕੇ ਦੇ ਨਾਲ। ਔਰ 2024 ਦੀ ਅਸੀਂ ਗੱਲ ਕਰਨੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ 2024 ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਨੇ, ਕਿਉਂਕਿ ਮਮਤਾ ਬੈਨਰਜੀ ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਉੱਤੇ ਇੱਕੋ ਇੱਕ ਉਮੀਦ ਜਿਹੜੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਵਿੱਚ ਬਦਲਾਅ ਜਿਹੜਾ ਉਹਨਾਂ ਦੇ ਰਾਹੀਂ ਲਿਆਂਦਾ ਜਾ ਸਕਦਾ ਹੈ ਔਰ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਦੇ ਨਾਲ ਇੱਕ ਇਕੱਠ ਹੋ ਸਕਦਾ ਹੈ ਮਮਤਾ ਬੈਨਰਜੀ ਦਾ। ਇਨੀ ਦਿਨੀ ਮਮਤਾ ਬੈਨਰਜੀ ਦਿੱਲੀ ਦੌਰੇ ਤੇ ਨੇ, ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੋਈ ਹੈ। ਇਸ ਪੂਰੇ ਵਰਤਾਰੇ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ 2024 ਤੇ ਕਿਸ ਤਰੀਕੇ ਦੇ ਨਾਲ ਇਸ ਦਾ ਪ੍ਰਭਾਵ ਜਿਹੜਾ ਪੈਣ ਵਾਲਾ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਸਰ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ, ਮਮਤਾ ਬੈਨਰਜੀ ਇਨੀ ਦਿਨੀ ਦਿੱਲੀ ਦੌਰੇ ਤੇ ਨੇ ਔਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਔਰ ਇੱਕ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਜਿਹੜੀਆਂ ਪਾਰਟੀਆਂ ਨੇ ਇਕੱਠੀਆਂ ਹੋਣ ਵਾਲੀਆਂ ਨੇ, ਖੇਤਰੀ ਪਾਰਟੀਆਂ ਇਕੱਠੀਆਂ ਹੋਣ ਵਾਲੀਆਂ ਨੇ ਔਰ ਬਹੁਤ ਲੰਬੇ ਸਮੇਂ ਤੋਂ ਖਾਸ ਤੌਰ ਤੇ ਜਦੋਂ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਜਿੱਤ ਹੁੰਦੀ ਹੈ ਤੇ ਉਸ ਤੋਂ ਹੀ ਇੱਕ ਆਸ ਜਿਹੜੀ ਲੋਕਾਂ ਨੂੰ ਵੱਜ ਗਈ ਸੀ, ਜੋੜ ਕੇ ਵੇਖਿਆ ਜਾਣ ਲੱਗਾ ਸੀ ਕਿ ਇੱਕ ਸਟਰੋਂਗ ਚਿਹਰਾ ਮਮਤਾ ਬੈਨਰਜੀ ਹੀ ਹੈ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੱਕਰ ਦੇ ਸਕਦਾ ਹੈ, ਕਿਉਂਕਿ ਜਿਸ ਤਰੀਕੇ ਨਾਲ 2019 ਦੇ ਵਿੱਚ ਰਾਹੁਲ ਗਾਂਧੀ ਦਾ ਪ੍ਰਭਾਵ ਰਿਹਾ ਹੈ, ਲੋਕਪ੍ਰਿਯਤਾ ਉਹਨਾਂ ਦੀ ਬੇਹੱਦ ਘਟ ਰਹੀ ਹੈ, ਉਸ ਦੇ ਵਿਚਾਲੇ ਮਮਤਾ ਬੈਨਰਜੀ ਕਾਸ ਦੀ ਕਿਰਨ ਬਣ ਕੇ ਨਜ਼ਰ ਆਏ ਨੇ ਔਰ 2024 ਦੀਆਂ ਤਿਆਰੀਆਂ ਵੀ ਕਿਤੇ ਨਾ ਕਿਤੇ ਮਮਤਾ ਬੈਨਰਜੀ ਨੂੰ ਆਧਾਰ ਬਣਾ ਕੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਦੇਖੋ, ਮਤਲਬ ਪਿਛਲੇ ਲੰਬੇ ਸਮੇਂ ਤੋਂ ਇਸ ਜਦ ਦੀ ਮਤਲਬ ਮੋਦੀ ਸਰਕਾਰ ਆਈ ਹੈ ਉਸ ਤੋਂ 2014 ਤੋਂ ਬਾਅਦ ਤੋਂ ਮਤਲਬ ਪਹਿਲੇ 2 ਸਾਲ ਤਾਂ ਠੀਕ ਨਿਕਲੇ, ਲੇਕਿਨ ਉਸ ਤੋਂ ਬਾਅਦ ਫਿਰ ਸਾਰਾ ਵਰਤਾਰਾ ਉਸੇ ਤਰ੍ਹਾਂ ਦੇ ਚੱਲਣ ਲੱਗਿਆ ਜਿਸ ਤਰ੍ਹਾਂ ਸੈਂਟਰਲਾਈਜ਼ਡ ਪੋਲਿਟਿਕਸ ਕਰਨ ਵਾਲੀਆਂ ਪਾਰਟੀਆਂ ਕਰਦੀਆਂ। ਤਾਂ ਉਸ ਨਾਲ ਜਿਹੜਾ ਸਟੇਟਾਂ ਨੇ ਉਹਨਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਹ ਮਹਿਸੂਸ ਕੀਤਾ ਜਾ ਰਿਹਾ ਸੀ ਪਿਛਲੇ ਲੰਬੇ ਸਮੇਂ ਤੋਂ ਕਿ ਕੋਈ ਇੱਕ ਹੋਰ ਫਰੰਟ ਜਿਹੜਾ ਹੈਗਾ ਉਹ ਖੜਾ ਕੀਤਾ ਜਾਏ ਜੋ ਮੋਦੀ ਸਰਕਾਰ ਨੂੰ ਟੱਕਰ ਦੇ ਸਕੇ। ਉਹਦੇ 'ਚ 2 ਪ੍ਰੋਬਲਮ ਸੀਗੀਆਂ ਸਭ ਤੋਂ ਵੱਡੀਆਂ। ਇੱਕ ਸੀਗੀ ਲੀਡਰ, ਕਿ ਲੀਡਰ ਕੌਣ ਹੋਏ ਇਸ ਤਰ੍ਹਾਂ ਦੀ ਪਾਰਟੀ, ਕਿਉਂਕਿ ਜਦੋਂ ਤੁਸੀਂ ਖੇਤਰੀ ਪਾਰਟੀਆਂ ਦੀ ਗੱਲ ਕਰੋਗੇ ਤਾਂ ਤੁਹਾਨੂੰ ਲੀਡਰ ਉਸ ਖਿੱਤੇ ਦਾ ਹੀ ਮਿਲੂਗਾ। ਮਤਲਬ ਕੋਈ ਇਹੋ ਜਿਹਾ ਲੀਡਰ ਨਹੀਂ ਤੁਹਾਨੂੰ ਮਿਲੂਗਾ ਜਿਹਦੀ ਛਾਪ ਪੂਰੇ ਇੰਡੀਆ ਦੇ ਵਿੱਚ ਹੋਵੇ, ਜਾਂ ਪੂਰੇ ਇੰਡੀਆ 'ਚ ਨਾ ਵੀ ਹੋਵੇ ਲੇਕਿਨ ਕੁਝ ਵੱਡੇ ਹਿੱਸੇ 'ਚ ਤਾਂ ਹੋਵੇ ਐਟਲੀਸਟ। ਇਹ ਇੱਕ ਸਭ ਤੋਂ ਵੱਡੀ ਪ੍ਰੋਬਲਮ ਸੀ। ਦੂਸਰੀ ਪ੍ਰੋਬਲਮ ਇਹ ਸੀ ਕਿ ਖੇਤਰੀ ਦਲ ਇਕੱਠੇ ਕਿਵੇਂ ਹੋਣ, ਕਿਸ ਇਸ਼ੂ ਤੇ ਇਕੱਠੇ ਹੋਣ, ਇੱਕ ਇਹ ਸਭ ਤੋਂ ਵੱਡੀ ਦਿੱਕਤ ਸੀਗੀ। ਤਾਂ ਅਕਾਲੀ ਦਲ ਨੇ ਮਤਲਬ ਤੁਸੀਂ ਕਹਿ ਲਓ ਕਿ 4-5 ਮਹੀਨੇ ਪਹਿਲਾਂ ਇਹ ਐਕਸਰਸਾਈਜ਼ ਕੀਤੀ ਸੀਗੀ। ਉਹਨਾਂ ਨੇ ਸਾਰੀਆਂ ਹੀ ਜਿਹੜੀਆਂ ਖੇਤਰੀ ਪਾਰਟੀਆਂ ਹੈਗੀਆਂ ਨੇ ਉਹਨਾਂ ਨੇ ਇੱਕ ਕਮੇਟੀ ਬਣਾਈ ਪ੍ਰੋਫੈਸਰ ਚੰਦੂਮਾਜਰਾ ਦੀ ਅਧੀਨਗੀ ਹੇਠ, ਤੇ ਉਹਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਜਿਹੜੇ ਰਾਜ ਸਭਾ ਦੇ ਮੈਂਬਰ ਹੈ, ਨਰੇਸ਼ ਗੁਜਰਾਲ ਜਿਹੜੇ ਰਾਜ ਸਭਾ ਦੇ ਮੈਂਬਰ ਹੈ, ਉਹਨਾਂ ਨੂੰ ਵੀ ਪਾਇਆ, ਕਿਉਂਕਿ ਲੋਕ ਸਭਾ ਦੇ ਮੈਂਬਰ ਰਹਿਣ ਤੱਕ 2-3 ਵਾਰ ਉਹ ਰਹੇ ਹੈ, ਇਸ ਕਰਕੇ ਉਹਨਾਂ ਨੂੰ ਪਤਾ ਹੈ, ਸਾਰੇ ਲੋਕ ਉਹਨਾਂ ਨੂੰ ਜਾਣਦੇ ਹੈਗੇ ਆ, ਉੱਥੇ ਮਿਲਦੇ ਰਹਿੰਦੇ ਆ ਸਾਰੇ ਇੱਕ ਦੂਜੇ ਨੂੰ। ਤਾਂ ਔਰ ਨਰੇਸ਼ ਗੁਜਰਾਲ ਹੋਣੀ ਤਾਂ ਬਹੁਤ ਚਿਰ ਤੋਂ ਹੀ ਦਿੱਲੀ ਦੀ ਪੋਲਿਟਿਕਸ ਕਰ ਰਹੇ, ਹੁਣ ਲਗਭਗ 10-12 ਸਾਲ ਹੋ ਗਏ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਰਹਿੰਦੇ ਹੋਏ ਵੀ। ਉਹ ਜਿਹੜੀ ਸਾਰੀ ਕਸ਼ਮਕਸ਼ ਚੱਲੀ ਹੈ, ਮਤਲਬ ਇਹਨਾਂ ਨੇ ਤੁਸੀਂ ਦੇਖੋ ਪਹਿਲਾਂ ਇਹ ਮਮਤਾ ਬੈਨਰਜੀ ਨੂੰ ਵੀ ਮਿਲੇ, ਫਿਰ ਇਹ NCP ਦੇ ਜਿਹੜੇ ਸ਼ਰਦ ਪਵਾਰ ਹੈ ਉਹਨਾਂ ਨੂੰ ਵੀ ਮਿਲੇ, ਜਿਹੜਾ ਹੈਗਾ TDP ਦੇ ਜਿਹੜੇ ਨੇਤਾ ਹੈ ਚੰਦਰਬਾਬੂ ਨਾਇਡੂ ਉਹਨਾਂ ਨੂੰ ਵੀ ਮਿਲੇ, ਔਰ ਤੇਲੰਗਾਨਾ ਰਾਸ਼ਟਰੀ ਸਮਿਤੀ ਹੈ ਉਹਨਾਂ ਦੇ TRS ਜਿਹੜੀ ਹੈਗੀ ਆ ਉਹਦੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਮਿਲੇ। ਫਿਰ ਤੁਹਾਡਾ ਸਟਾਲਿਨ, MK ਸਟਾਲਿਨ DMK ਤਮਿਲਨਾਡੂ ਦੇ ਵਿੱਚ, ਉਹਨਾਂ ਨੂੰ ਵੀ ਮਿਲੇ। ਕਈ ਪਾਰਟੀਆਂ NCP ਸ਼ਰਦ ਪਵਾਰ ਨੂੰ, ਸ਼ਿਵ ਸੈਨਾ ਨੂੰ,
ਇਹਨਾਂ ਸਾਰਿਆਂ ਨੂੰ ਵੀ ਮਿਲਿਆ ਔਰ ਇਹਨਾਂ ਸਾਰਿਆਂ ਨੂੰ ਮਤਲਬ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਨੂੰ ਮਤਲਬ ਫੈਡਰਲ ਸਟਰਕਚਰ ਜਿਹੜਾ ਕਮਜ਼ੋਰ ਕੀਤਾ ਜਾ ਰਿਹਾ ਜਾਣਬੁੱਝ ਕੇ, ਉਹਦੇ ਨਾਲ ਜਿਹੜੀਆਂ ਖੇਤਰੀ ਪਾਰਟੀਆਂ ਨੇ ਇਹ ਕਮਜ਼ੋਰ ਹੋ ਰਹੀਆਂ ਨੇ। ਬੀਜੂ ਜਨਤਾ ਦਲ ਦੇ ਜਿਹੜੇ ਨਵੀਨ ਪਟਨਾਇਕ ਹੈ ਉਹਨਾਂ ਨੂੰ ਵੀ ਮਿਲੇ ਸੀਗੇ। ਹੁਣ ਸੀ ਕਿ ਇਹਨਾਂ ਸਾਰਿਆਂ ਨੂੰ ਤਾਂ ਮਿਲ ਲਏ, ਲੇਕਿਨ ਇੱਕ ਜੁਆਇੰਟ ਮੀਟਿੰਗ ਕਿਵੇਂ ਹੋਏ, ਤਾਂ ਉਹਦੇ ਲਈ ਇਹ ਸੀ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇਨੀਸ਼ੀਏਟਿਵ ਕਰਨ, ਇਹਨੂੰ ਇਨੀਸ਼ੀਏਟ ਲੈਣ ਔਰ ਇਹਨੂੰ ਅੱਗੇ ਇੱਕ ਜੁਆਇੰਟ ਮੀਟਿੰਗ ਜਿਹੜੀ ਹੈ ਦਿੱਲੀ ਆਪਾਂ ਬੁਲਾ ਲੈਂਦੇ ਹਾਂ ਉੱਥੇ। ਲੇਕਿਨ ਉਦੋਂ ਕਿਉਂਕਿ ਇੱਕ ਤਾਂ ਕੋਵਿਡ ਚੱਲ ਰਿਹਾ ਸੀਗਾ, ਉਹ ਬੜੀ ਦਿੱਕਤ ਸੀ ਕਿ ਵੱਡੇਵਾਲ ਸਾਹਿਬ ਆਣਗੇ ਨਹੀਂ ਆਣਗੇ। ਹੁਣ ਥੋੜਾ ਜਿਹਾ ਇੱਕ ਇਹ ਵੀ ਹੈ ਕਿ ਵੱਡੇਵਾਲ ਸਾਹਿਬ ਨੇ ਆਪਣੇ ਆਪ ਨੂੰ ਐਕਟਿਵ ਪੋਲਿਟਿਕਸ ਤੋਂ ਥੋੜਾ ਦੂਰ ਰੱਖਿਆ ਤੇ ਇਸ ਕਰਕੇ ਚਲੋ ਹਜੇ ਲੀਡਰਸ਼ਿਪ ਦਾ ਸਿਰਫ ਇਹ ਇੰਨਾ ਕੁ ਇਸ਼ੂ ਸੀ ਹਜੇ ਕਿ ਪਹਿਲਾਂ ਤਾਂ ਕੋਈ ਇੱਕ ਇਹੋ ਜਿਹਾ ਲੀਡਰ ਮਿਲੇ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦਾ ਹੋਵੇ, ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਹੈਗੇ ਸੀ। ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਸਭ ਨੂੰ ਭਰੋਸਾ ਹੈ ਕਿਉਂਕਿ ਸਾਰੇ ਜਿੰਨੇ ਮੈਂ ਨਾਮ ਲਿੱਤੇ ਨੇ ਉਹ ਸਾਰੇ ਹੀ ਲਗਭਗ ਉਹਨਾਂ ਨਾਲ ਕੰਮ ਕਰ ਚੁੱਕੇ ਹੈ, ਇਸ ਕਰਕੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਸੀ। ਤੇ ਲਗਭਗ ਕੋਈ ਮੀਟਿੰਗ ਇੱਕ ਵਾਰੀ ਤੈਅ ਵੀ ਹੋ ਗਿਆ ਸੀ ਕਿ ਦਿੱਲੀ ਮੀਟਿੰਗ ਹੋਏਗੀ, ਲੇਕਿਨ ਫਿਰ ਬਾਲ ਸਾਹਿਬ ਵੱਡੇ ਬਿਮਾਰ ਹੋ ਗਏ ਤਾਂ ਥੋੜਾ ਜਿਹਾ ਉਹ ਡਿਲੇ ਕਰਤਾ। ਉਸ ਤੋਂ ਬਾਅਦ ਫਿਰ ਜਿਹੜੀਆਂ ਇਹਦੀਆਂ ਇਲੈਕਸ਼ਨਾਂ ਆ ਗਈਆਂ ਵੈਸਟ ਬੰਗਾਲ ਦੀਆਂ, ਫਿਰ ਉਹ ਲਟਕਦਾ ਹੀ ਚਲਾ ਗਿਆ। ਹੁਣ ਦੁਬਾਰਾ ਤੋਂ ਨਵੇਂ ਸਿਰੇ ਤੋਂ ਜਦੋਂ ਦਾ ਖੇਤੀ ਕਾਨੂੰਨ ਮਤਲਬ ਰੱਦ ਕੀਤੇ ਨੇ ਮਤਲਬ ਪੰਜਾਬ ਸਰਕਾਰ ਨੇ, ਔਰ ਦੂਜੀਆਂ ਸਾਰੀਆਂ ਪਾਰਟੀਆਂ ਸੈਂਟਰ ਗਵਰਨਮੈਂਟ ਨੂੰ ਕਹਿ ਰਹੀਆਂ ਨੇ ਕਿ ਤੁਸੀਂ ਰੱਦ ਕਰੋ, ਉਸ ਤੋਂ ਲੈ ਕੇ ਹੁਣ ਜਿਹੜਾ ਸਾਰਾ ਸਿਸਟਮ ਹੈ ਉਹ ਇਕੱਠਾ ਕਰਕੇ ਨਵੇਂ ਸਿਰੇ ਤੋਂ ਇਨੀਸ਼ੀਏਟਿਵ ਲਿਆ ਜਾ ਰਿਹਾ ਹੈ ਕਿ ਇਹਨੂੰ ਸਾਰਿਆਂ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਹੁਣ ਇੱਕ ਲੀਡਰ ਦੇ ਰੂਪ ਦੇ ਵਿੱਚ ਵੀ ਉਹਨਾਂ ਕੋਲ ਇੱਕ ਬੰਦਾ ਆ ਗਿਆ, ਉਹ ਹੈ ਮਮਤਾ ਬੈਨਰਜੀ। ਠੀਕ ਹੈ, ਉੱਥੇ ਉਹਨਾਂ ਕੋਲੇ ਦੇਖੋ 30-40 ਸੀਟਾਂ ਵਾਲੀ ਇੱਕ ਸਟੇਟ ਵੀ ਹੈ ਵੱਡੀ, ਔਰ ਇੱਕ ਉਹ ਧੜੱਲੇਦਾਰ ਨੇਤਾ ਦੇ ਰੂਪ ਚ ਵੀ ਆਪਣੇ ਆਪ ਨੂੰ ਉਹਨੇ ਸਥਾਪਿਤ ਕੀਤਾ, ਖਾਸ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਨਾਲ ਆਡਾ ਲਾਉਣਾ ਹੋਵੇ ਲੀਡਰਤਾ ਦੇ ਨਾਲ। ਤੇ ਉਹਦੇ ਵਿੱਚ ਹੁਣ ਉਹਨਾਂ ਨੂੰ ਥੋੜਾ ਜਿਹਾ ਇਹ ਲੱਗ ਰਿਹਾ ਹੈ ਕਿ ਵੀ ਜੇ ਇਸ ਤਰ੍ਹਾਂ ਦਾ ਸਾਨੂੰ ਲੀਡਰ ਵੀ ਮਿਲ ਜੇ ਔਰ ਅਸੀਂ ਸਾਰੀਆਂ ਰੀਜਨਲ ਪਾਰਟੀਆਂ ਵੀ ਇਕੱਠੇ ਹੋ ਜਾਈਏ ਤਾਂ ਅਸੀਂ ਆ ਸਕਦੇ ਹਾਂ। ਹੁਣ ਪ੍ਰੋਬਲਮ ਕੀ ਹੈ? ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਕਿ ਹਰ ਰੀਜਨਲ ਪਾਰਟੀ ਜਿਹੜੀ ਹੈਗੀ ਹੈ ਉਹ ਕਿਸੇ ਨਾ ਕਿਸੇ ਨੈਸ਼ਨਲ ਪਾਰਟੀ ਨਾਲ ਉਸ ਸਟੇਟ ਦੇ ਵਿੱਚ ਵੀ ਹੈ। ਸਪੋਜ਼ ਜੇ ਤੁਸੀਂ ਨਿਤਿਸ਼ ਕੁਮਾਰ ਦੀ ਪਾਰਟੀ ਨੂੰ ਲਓ ਤਾਂ ਉਹ ਬੀਜੇਪੀ ਨਾਲ ਗੱਠਜੋੜ ਕਰਕੇ ਬੈਠੇ ਹੈ। ਫਿਰ ਤੁਸੀਂ ਐਨਸੀਪੀ ਨਾਲ ਗੱਲ ਕਰੋ, ਸ਼ਿਵ ਸੈਨਾ ਨਾਲ ਗੱਲ ਕਰੋ, ਉਹ ਸ਼ਿਵ ਸੈਨਾ ਪਹਿਲਾਂ ਬੀਜੇਪੀ ਨਾਲ ਬੈਠੀ ਹੁਣ ਕਾਂਗਰਸ ਨਾਲ ਬੈਠੀ ਹੈ। ਇਸ ਤਰ੍ਹਾਂ ਹੀ ਸਟਾਲਿਨ ਦੀ ਪਾਰਟੀ ਵੀ ਜਿਹੜੀ ਹੈ ਉਹ ਕਾਂਗਰਸ ਨਾਲ ਬੈਠੀ ਹੈ। ਸੋ ਹਰ ਪਾਰਟੀ ਕਿਸੇ ਨਾ ਕਿਸੇ ਨਾਲ ਗੱਠਜੋੜ ਕਰਕੇ ਬੈਠੀ ਹੈ, ਸਟੇਟ ਦੇ ਵਿੱਚ ਉਹ ਚਲਾ ਰਹੀ ਹੈ। ਇੱਕ ਦਿੱਕਤ ਤਾਂ ਇਹ ਆ ਰਹੀ ਹੈ ਕਿ ਜਿਹੜੇ ਮਤਲਬ ਇਹ ਨਿਰੋਲ ਮਤਲਬ ਈਵਨ ਅਕਾਲੀ ਦਲ ਵੀ ਇਸ ਤਰ੍ਹਾਂ ਦਾ ਹੀ ਸੀ। ਅਕਾਲੀ ਦਲ ਪਹਿਲਾਂ ਬੀਜੇਪੀ ਨਾਲ ਸੀ, ਹੁਣ ਬਸਪਾ ਨਾਲ। ਸੋ ਉਹਨਾਂ ਨੇ ਇਹ ਕਿਹਾ ਹੈ ਵੀ ਸਾਨੂੰ ਉਹ ਰੀਜਨਲ ਪਾਰਟੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ ਔਰ ਇੱਕ ਫਰੰਟ ਜਿਹੜਾ ਬਣਾਉਣਾ ਉਹਦੇ ਚ ਮਾਈਨਸ ਬੀਜੇਪੀ ਮਾਈਨਸ ਕਾਂਗਰਸ, ਇਹ ਦੋਨੋਂ ਪਾਰਟੀਆਂ ਨਹੀਂ ਹੋਣੀਆਂ ਜਿਨ੍ਹਾਂ ਨੇ ਕਦੀ ਕਾਂਗਰਸ ਨਾਲ ਜਾਂ ਬੀਜੇਪੀ ਨਾਲ ਗੱਠਜੋੜ ਨਾ ਕੀਤਾ ਹੋਵੇ। ਉਹ ਕਹਿੰਦੇ ਵੀ ਕਰ ਲਓ ਤੁਸੀਂ ਕਰਨਾ ਤਾਂ, ਪਰ ਆਪਣੀ ਸਟੇਟ ਚ ਕਰੋ, ਨੈਸ਼ਨਲ ਲੈਵਲ ਤੇ ਨਹੀਂ ਕਰਨਾ। ਨੈਸ਼ਨਲ ਲੈਵਲ ਤੇ ਤਾਂ ਅਸੀਂ ਆਪਣਾ ਇਹੀ ਬਣਾਵਾਂਗੇ। ਉਹ ਹੁਣ ਕਿੰਨਾ ਕੁ ਮਤਲਬ ਫਿਰ ਲਾਗੂ ਰਹੇਗਾ, ਇਹ ਇੱਕ ਬੜੀ ਵੱਡੀ ਸਮੱਸਿਆ ਹੈ ਤੇ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਏ ਇਹ ਤਾਂ ਹੀ ਚੱਲੂਗਾ ਜਦੋਂ ਬੈਠਣਗੇ ਲੋਕ। ਪਾਰਟੀ ਦਾ ਇਹ ਮੰਨਣਾ, ਅਕਾਲੀ ਦਲ ਦਾ ਇਹ ਮੰਨਣਾ ਸੀਗਾ ਕਿ ਅਗਰ ਅਸੀਂ ਇਹਨੂੰ ਇਕੱਠਾ ਕਰ ਚਲਾਉਂਦੇ ਹਾਂ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਔਰ ਬੀਜੇਪੀ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਕਿਉਂ? ਵੱਡੀ ਉਦਾਹਰਨ ਉਹਨਾਂ ਨੇ ਦਿੱਤੀ ਨਰਿੰਦਰ ਮੋਦੀ ਦੀ। ਉਹ ਕਹਿੰਦੇ ਵੀ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸੀਗੇ ਉਦੋਂ ਸਭ ਤੋਂ ਵੱਡੇ ਅਲੰਬਰਦਾਰ ਸੀ ਫੈਡਰਲ ਸਿਸਟਮ ਦੇ। ਜਦੋਂ ਉਹ ਪ੍ਰਧਾਨ ਮੰਤਰੀ ਬਣ ਗਏ ਤਾਂ ਉਸ ਤੋਂ ਬਾਅਦ ਉਹ ਸੈਂਟਰਲਾਈਜ਼ਡ ਪੋਲਿਟਿਕਸ ਕਰਨ ਲੱਗੇ ਵੀ ਸਾਰੀ ਪੋਲਿਟਿਕਸ ਜਿਹੜੀ ਹੈ ਉਹ ਸੈਂਟਰਲਾਈਜ਼ ਪਾਵਰਸ ਜਿਹੜੀਆਂ ਉਹ ਸੈਂਟਰਲਾਈਜ਼ ਕਰੋ। ਤੇ ਮਤਲਬ ਹੁਣ ਜਿਵੇਂ ਤੁਸੀਂ ਦੇਖੋ ਇਹ ਮਿਨਿਸਟਰੀ ਨਵੀਂ ਬਣਾਈ ਹੈ ਕੋਆਪਰੇਸ਼ਨ, ਹੈ ਨਾ। ਹੁਣ ਉਹ ਕੋਆਪਰੇਟਿਵ ਸੈਕਟਰ ਜਿਹੜਾ ਹੈਗਾ ਉਹ ਸਟੇਟਾਂ ਦਾ ਹੈ। ਹੁਣ ਉਹ 'ਚ ਮਿਨਿਸਟਰੀ ਉਹਨਾਂ ਨੇ ਨਵੀਂ ਬਣਾ ਲਈ ਤਾਂ ਮੈਕਸਿਮਮ ਕੀ ਹੋਊਗਾ ਕਿ ਪਾਵਰਸ ਉਹ ਆਪਣੇ ਕੋਲੇ ਲੈ ਜਾਣਗੇ। ਫਿਰ ਇਸੇ ਤਰ੍ਹਾਂ ਹੀ ਐਗਰੀਕਲਚਰ ਦਾ, ਐਗਰੀਕਲਚਰ ਜਿਹੜੀ
ਸਬਜੈਕਟ ਹੈ ਉਹ ਸਟੇਟ ਦਾ ਲੇਕਿਨ ਉਹਨਾਂ ਨੇ ਸਾਰਾ ਕੁਝ ਹੌਲੀ ਹੌਲੀ ਕਰਕੇ ਆਪ ਲੈ ਲਿਆ। ਖਰੀਦ ਉਹ ਕਰਦੇ ਆ, ਭਾਅ ਉਹ ਤੈਅ ਕਰਦੇ ਆ, ਬਾਰਦਾਨਾ ਉਹ ਦਿੰਦੇ ਆ, ਬੀਜ ਉਹ ਸੈਂਟਰਲਾਈਜ਼ ਕਰ ਲਏ ਉਹਨਾਂ ਨੇ। ਜਿੰਨਾ ਸਿਸਟਮ ਹੈ ਤਾਂ ਉਹ ਸੈਂਟਰਲਾਈਜ਼ ਤਾਂ ਉਹਨਾਂ ਨੇ ਕੀਤਾ, ਪਰ ਪਾਵਰ ਤਾਂ ਉਹਨਾਂ ਕੋਲੇ ਹੈ। ਕਹਿਣ ਨੂੰ ਮਤਲਬ ਇੱਕ ਸਟੇਟ ਕੋਲ ਹੈ ਵੀ ਸਟੇਟ ਉਗਾ ਰਹੀ ਤਾਂ ਅੱਛਾ ਉਗਾਉਣ ਦਾ ਵੀ ਸਿਸਟਮ ਹੁਣ ਉਹਨਾਂ ਨੇ ਲੈ ਲਿਆ ਇੱਕ ਤਰ੍ਹਾਂ ਦਾ। ਜਦੋਂ ਉਹ ਭਾਈ ਮੰਨ ਲਓ ਪੈਡੀ ਦਾ ਦੇ ਰਹੇ ਨੇ ਜਾਂ ਕਾਟਨ ਉਹਦਾ ਦੇ ਰਹੇ ਨੇ, ਵੀਟ ਦਾ, ਤਾਂ ਕਿਸਾਨ ਹੋਰ ਕੁਝ ਉਗਾਉਂਦਾ ਹੀ ਨਹੀਂ। ਉਹ ਉਸੇ ਦੇ ਪਿੱਛੇ ਪਏ ਹੋਏ ਨੇ ਪੰਜਾਬ ਵਾਲੇ ਤਾਂ, ਸਾਡੇ ਹਰਿਆਣੇ ਦੇ ਵੀ, ਵੈਸਟਰਨ ਯੂਪੀ ਦੇ ਵੀ ਇੱਥੇ ਇੱਕ ਚੰਗਾ ਭਾਅ ਮਿਲ ਜਾਂਦਾ ਹੈ, ਬਾਕੀ ਚੀਜ਼ਾਂ ਛੱਡੋ। ਤਾਂ ਉਹਦੇ ਨਾਲ ਕੀ ਹੈ, ਦੂਸਰੀਆਂ ਸਾਰੀਆਂ ਫਸਲਾਂ ਡਿਸਟਰਬ ਹੋ ਰਹੀਆਂ ਨੇ। ਅਸੀਂ ਜਾਂ ਤਾਂ ਉਹ ਬਾਹਰੋਂ ਮੰਗਾ ਰਹੇ ਹਾਂ, ਉਸ ਦੇ ਉੱਤੇ ਡਿਪੈਂਡੈਂਟ ਹੋਈ ਜਾ ਰਹੇ ਹਾਂ ਅਸੀਂ, ਜਾਂ ਫਿਰ ਅਸੀਂ ਮਤਲਬ ਟੋਟਲੀ ਪ੍ਰਾਈਵੇਟ ਸੈਕਟਰ ਦੇ ਉੱਤੇ ਡਿਪੈਂਡੈਂਟ ਹੋ ਗਏ ਹਾਂ। ਤਾਂ ਇਹ ਇੱਕ ਵੱਡਾ ਜਿਹੜਾ ਦਿੱਕਤ ਹੈ ਜਿਹੜੀ ਮਤਲਬ ਕਿ ਮਤਲਬ ਆ ਰਹੀ ਹੈ ਕਿ ਬਈ ਇਹਨਾਂ ਨੂੰ ਲਈਏ ਕਿਸ ਤਰ੍ਹਾਂ। ਜੇ ਨਿਰੋਲ ਸਮਝੋ ਕਿ ਇਹ ਪਾਰਟੀਆਂ ਹੋਣ ਖੇਤਰੀ ਦਲ, ਇਹ ਨਿਰੋਲ ਆਪਣੇ ਉਹ ਬਣਾਉਣ, ਫਿਰ ਇਹ ਇੱਕ ਇਹੋ ਜਿਹਾ ਬਣਾਉਣਗੇ ਜਿਹਦਾ ਸਟੇਟਾਂ ਨੂੰ ਫਾਇਦਾ ਹੁੰਦਾ ਹੈ, ਨਾ ਕਿ ਸੈਂਟਰ ਨੂੰ ਫਾਇਦਾ ਹੁੰਦਾ ਹੈ। ਤਾਂ ਇਸ ਤਰ੍ਹਾਂ ਦੀਆਂ ਸਰਕਾਰਾਂ ਪਹਿਲਾਂ ਚੱਲੀਆਂ ਨੇ, ਮਤਲਬ ਜਦੋਂ ਚਾਹੇ ਤਾਂ ਉਹ VP ਸਿੰਘ ਨੇ ਚਲਾਈ, ਚਾਹੇ ਉਹ ਵਾਜਪਾਈ ਸਾਹਿਬ ਨੇ ਚਲਾਈ, ਮਤਲਬ ਉਹ ਉੱਥੇ ਬੋਲਬਾਲਾ ਸੀ ਰੀਜਨਲ ਪਾਰਟੀਆਂ ਦਾ, 22 ਪਾਰਟੀਆਂ ਮਤਲਬ ਲੈ ਕੇ ਉਹ ਚਲਾਉਂਦੇ ਰਹੇ ਆ। ਉੱਥੇ ਸਟੇਟਾਂ ਦੀ ਸੁਣੀ ਜਾਂਦੀ ਸੀ। ਹੁਣ ਜਦ ਦੀ ਏਕਾਧਿਕਾਰ ਟਾਈਪ ਆ ਗਿਆ, ਜੋ ਤੁਸੀਂ ਦੇਖਿਆ ਹੋਣਾ ਕਿ ਚਾਹੇ ਉਹ 2014 ਵਾਲੀ ਗਵਰਨਮੈਂਟ ਹੋਵੇ ਔਰ ਚਾਹੇ 2019 ਵਾਲੀ ਗਵਰਨਮੈਂਟ ਹੋਵੇ, ਇਹਦੇ ਵਿੱਚ ਕੀ ਹੋ ਗਿਆ ਕਿ ਇਹਨਾਂ ਨੇ ਸਾਰਾ ਕੁਝ ਸੈਂਟਰਲਾਈਜ਼ਡ ਕਰ ਲਿਆ। ਹੁਣ GST ਲਗਾ ਲਓ, GST ਲਗਾ ਕੇ ਇਹਨਾਂ ਨੇ ਸਾਰੀਆਂ ਸਟੇਟਾਂ ਤੋਂ ਟੈਕਸ ਲਗਾਉਣ ਦੇ ਅਧਿਕਾਰ ਖੋਹ ਲਏ। ਹੁਣ ਕੋਈ ਸਟੇਟ ਆਪਣੇ ਅਨੁਸਾਰ ਟੈਕਸ ਨਹੀਂ ਲਗਾ ਸਕਦੀ। ਆਹ 2022 ਤੋਂ ਬਾਅਦ ਇਹਨਾਂ ਨੇ ਜਿਹੜਾ GST ਦਾ ਮੁਆਵਜ਼ਾ ਹੈ ਉਹ ਦੇਣਾ ਬੰਦ ਕਰ ਦੇਣਾ, ਤਾਂ ਸਟੇਟਾਂ ਚੱਲਣਗੀਆਂ ਕਿਵੇਂ? ਪੰਜਾਬ ਦੀ ਉਦਾਹਰਣ ਮੈਂ ਤੁਹਾਨੂੰ ਦੇਵਾਂ, 16,500 ਕਰੋੜ ਰੁਪਈਆ ਹਰ ਸਾਲ ਮਤਲਬ ਜਿਹੜਾ ਹੈਗਾ ਉਹ ਸਟੇਟ ਨੂੰ ਮਿਲਦਾ ਹੈ ਗੈਪ, ਮਤਲਬ ਕਿ ਜਿੰਨਾ ਸਾਨੂੰ ਸਾਡੇ ਟੈਕਸਾਂ ਦੇ ਅਨੁਸਾਰ ਟੈਕਸ ਆਉਣਾ ਚਾਹੀਦਾ ਸੀ ਔਰ ਜਿੰਨਾ ਸਾਨੂੰ ਆ ਰਿਹਾ ਹੈ ਉਹਦਾ ਇੱਕ ਗੈਪ ਹੈ, ਉਹ 16,000 ਕਰੋੜ 16,500 ਕਰੋੜ ਦੇ ਕਰੀਬ ਹੈ। ਉਹ ਅਗਰ ਕੱਲ ਨੂੰ ਖਤਮ ਹੋ ਜਾਏ ਮੰਨ ਲਓ, ਤਾਂ ਅਸੀਂ ਕਿਵੇਂ ਚੱਲਾਂਗੇ? ਬਿਲਕੁਲ ਅਸੀਂ ਕਿਤੇ ਕੋਈ ਟੈਕਸ ਲਗਾ ਨਹੀਂ ਸਕਦੇ, ਤਾਂ ਸਟੇਟ ਕਿਵੇਂ ਚੱਲੇਗੀ? ਇਹ ਇੱਕ ਬਹੁਤ ਵੱਡੀ ਦਿੱਕਤ ਸਾਡੇ ਖਾਸ ਤੌਰ ਤੇ ਪੰਜਾਬ ਦੇ ਸਾਹਮਣੇ ਖੜੀ ਹੈ। ਸਮਝ ਮੇਰੀ ਗੱਲ? ਉਹਦੇ ਵਿੱਚ ਕੀ ਹੋ ਰਿਹਾ ਹੈ ਕਿ ਜਦੋਂ ਇਹਨਾਂ ਇਸ ਤਰ੍ਹਾਂ ਦੀ ਸਿਸਟਮ ਮਤਲਬ ਇਵੋਲਵ ਹੋਈ ਜਾ ਰਿਹਾ, ਸਾਰੀਆਂ ਸਟੇਟਾਂ ਨੂੰ ਪ੍ਰੋਬਲਮ ਆ ਰਹੀ ਹੈ। ਸਾਰੀਆਂ ਸਟੇਟਾਂ GST ਕਾਉਂਸਲ ਦੀ ਮੀਟਿੰਗ 'ਚ ਵੀ ਬਹੁਤ ਵਾਰੀ ਕਹਿ ਚੁੱਕੀਆਂ ਵੀ ਸਾਡੀ ਸੁਣੋ, ਉੱਥੇ ਸੁਣਵਾਈ ਨਹੀਂ ਹੈ, ਕੋਈ ਸੁਣਵਾਈ ਨਹੀਂ। ਮਨਪ੍ਰੀਤ ਬਾਦਲ ਹੋਣਾ ਨੇ, ਮੈਨੂੰ ਯਾਦ ਹੈ ਕਿ ਜਦੋਂ GST ਲਾਗੂ ਹੀ ਹੋਇਆ ਸੀਗਾ, ਪਹਿਲੇ ਹੀ ਸਾਲ ਜਦੋਂ ਟੈਕਸ ਕਲੈਕਸ਼ਨ ਇਕੱਠੀ ਹੋਈ ਤਾਂ ਉਹ ਵੈਟ ਤੋਂ ਵੀ ਥੱਲੇ ਚਲੀ ਗਈ। ਜਿਹੜੀ ਯਾਨੀ ਜਿੰਨਾ ਸਾਨੂੰ ਪਹਿਲਾਂ ਵੈਟ ਆਉਂਦਾ ਸੀਗਾ ਉਸ ਤੋਂ ਵੀ ਬਿਲੋ ਚਲੀ ਗਈ, ਜਦਕਿ ਸਾਨੂੰ ਕਿਹਾ ਸੀਗਾ ਵੀ ਕਿਉਂਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਖਪਤ ਹੈ, ਇਸ ਕਰਕੇ ਪੰਜਾਬ ਨੂੰ ਤਾਂ ਬਹੁਤ ਫਾਇਦਾ ਹੋਏਗਾ GST ਨਾਲ। ਲੇਕਿਨ ਪਹਿਲੇ ਸਾਲ 'ਚ ਹੀ ਉਹ ਸਾਡਾ ਬਹੁਤ ਨੁਕਸਾਨ ਹੋ ਗਿਆ। ਮਨਪ੍ਰੀਤ ਬਾਦਲ ਹੋਰਾਂ ਨੇ ਕਿਹਾ, GST ਕਾਉਂਸਲ ਦੀ ਮੀਟਿੰਗ ਦੇ ਵਿੱਚ ਕਿਹਾ ਕਿ ਜੀ ਇਹ ਸਿਸਟਮ ਠੀਕ ਨਹੀਂ ਹੈ, ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲ ਪਾਏਗਾ। ਇਸ ਕਰਕੇ ਜਾਂ ਤਾਂ ਪਹਿਲਾਂ ਪੰਜਾਬ ਨੂੰ ਇੱਕ ਟੈਸਟ ਮਾਡਲ ਬਣਾਓ ਔਰ ਇੱਕ ਰਿਸਰਚ ਕਰੋ ਵੀ ਇਹ ਪੰਜਾਬ 'ਚ ਕਿਉਂ ਘਟ ਗਿਆ। ਠੀਕ ਹੈ, ਫਿਰ ਸਾਡੇ ਕੋਲ ਚੀਜ਼ਾਂ ਸਾਹਮਣੇ ਆਉਣਗੀਆਂ, ਅਸੀਂ ਉਹਨੂੰ ਕਰੈਕਟ ਕਰ ਸਕਦੇ ਹਾਂ। ਤਾਂ ਅਸੀਂ ਸਟੇਟਾਂ ਨੂੰ ਕਹਿ ਸਕਦੇ ਹਾਂ ਵੀ ਹੁਣ ਤੁਸੀਂ 5 ਸਾਲ ਬਾਅਦ ਇੰਡੀਪੈਂਡੈਂਟ ਹੋ, ਆਪਣੇ ਅਨੁਸਾਰ ਟੈਕਸ ਕਲੈਕਸ਼ਨ ਕਰੋ ਔਰ ਖਰਚ ਕਰੋ। ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਅੱਜ 4.5 ਸਾਲ ਹੋ ਗਏ। ਇਸ ਤਰ੍ਹਾਂ ਹੀ ਹੁਣ ਪੈਨੇਡੈਮਿਕ ਆਇਆ ਕਰੋਨਾ ਦਾ, ਹੈ ਨਾ, ਤੁਸੀਂ ਉਹਨੂੰ ਪੈਨੇਡੈਮਿਕ ਸੀਗਾ ਕਿ ਨਹੀਂ ਸੀਗਾ, ਇਹ ਬਾਅਦ ਵਾਲੀਆਂ ਗੱਲਾਂ ਨੇ। ਕੋਈ ਬੰਦੇ ਕਹਿੰਦੇ ਵੀ ਪੈਨੇਡੈਮਿਕ ਹੈ ਹੀ ਨਹੀਂ ਸੀ, ਮਹਾਮਾਰੀ ਘੋਸ਼ਿਤ ਕਰਤੀ ਤੁਸੀਂ। ਉਹਦੇ ਨਾਲ ਹੋਇਆ ਕਿ ਤੁਸੀਂ ਸਾਰੀ ਸਟੇਟਾਂ ਦੀ ਜਿਹੜੀ ਪਾਵਰ ਸੀਗੀਆਂ ਉਹ ਆਪਣੇ ਕੋਲ ਲੈ ਲਈਆਂ। ਅਸੀਂ ਤੈਅ ਕਰਾਂਗੇ ਕਦੋਂ ਬਾਜ਼ਾਰ ਖੁੱਲਣਗੇ, ਅਸੀਂ ਤੈਅ ਕਰਾਂਗੇ ਕਿ ਕਦੋਂ ਸਕੂਲ ਖੁੱਲਣਗੇ, ਅਸੀਂ ਤੈਅ ਕਰਾਂਗੇ ਕਿ ਕਦੋਂ ਰੇਲ ਗੱਡੀਆਂ ਚੱਲਣਗੀਆਂ। ਮਤਲਬ ਸਾਰੀ ਜਿਹੜੀ ਐਕਟੀਵਿਟੀ ਆ ਗਵਰਨਮੈਂਟ ਆਫ ਇੰਡੀਆ ਨੇ ਲੈ ਲਈ ਆਪਣੇ ਕੋਲ ਹੱਥ 'ਚ। ਸਟੇਟਾਂ ਤੈਅ ਹੀ ਨਹੀਂ ਕਰ ਪਾ ਰਹੀਆਂ ਕੁਝ। ਤਾਂ ਹੁਣ ਜੇ ਮੰਨ ਲਓ ਸਟੇਟਾਂ ਕੱਲ ਨੂੰ ਕੁਝ ਤੈਅ ਨਹੀਂ ਕਰ ਪਾ ਰਹੀਆਂ ਔਰ ਉਹਦੇ ਨਾਲ ਕੁਝ ਖਰਾਬੀ ਆ ਰਹੀ ਹੈ, ਤਾਂ ਕਹਿ ਰਹੇ ਵੀ ਇਹ ਸਟੇਟਾਂ ਨਹੀਂ ਕਰ ਪਾ ਰਹੀਆਂ। ਬਈ ਪਾਵਰ ਤਾਂ ਤੁਸੀਂ ਲੈ ਕੇ ਆਓ ਸਾਰੀ। ਤਾਂ ਇਸ
ਨੂੰ ਹੁਣ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ, ਖਾਸ ਤੌਰ ਤੇ ਜਿੱਥੇ ਵੀ ਰੀਜਨਲ ਪਾਰਟੀਆਂ ਸੱਤਾ ਦੇ ਵਿੱਚ ਨੇ, ਚਾਹੇ ਉਹ ਮਮਤਾ ਬੈਨਰਜੀ ਹੋਣ, ਨਿਤਿਸ਼ ਕੁਮਾਰ ਹੋਣ, ਚਾਹੇ ਬਿਜੂ ਪਟਨਾਇਕ ਹੋਣ, ਸ਼ਿਵ ਸੈਨਾ ਹੋਵੇ, ਸਟਾਲਿਨ ਹੋਵੇ, ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇਹ ਰੀਜਨਲ ਪਾਰਟੀਆਂ ਨੇ ਜਿਹੜੀਆਂ ਇਹ ਮਹਿਸੂਸ ਕਰ ਰਹੀਆਂ ਨੇ ਕਿ ਸਾਨੂੰ ਬਹੁਤ ਨੁਕਸਾਨ ਹੋ ਰਿਹਾ, ਔਰ ਇਸ ਨੁਕਸਾਨ ਦੇ ਕਰਕੇ ਹੀ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ। ਅਕਾਲੀ ਦਲ ਵੀ ਲਗਭਗ ਹੁਣ ਇਹੀ ਮਹਿਸੂਸ ਕਰ ਰਿਹਾ ਕਿ ਯਾਰ ਸਾਨੂੰ ਇਹਨਾਂ ਨੇ ਧੋਖਾ ਦਿੱਤਾ, ਬੀਜੇਪੀ ਨੇ। ਸੋ ਇਸ ਕਰਕੇ ਉਹ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰ ਰਹੇ ਆ। ਪੰਜਾਬ ਉਹਦੇ ਵਿੱਚ ਲੀਡ ਪੰਜਾਬ ਲੈ ਰਿਹਾ ਸੀਗਾ, ਹੁਣ ਕੱਲ ਤੋਂ ਮਮਤਾ ਬੈਨਰਜੀ ਨੇ ਸ਼ੁਰੂ ਕਰਤਾ, ਤੁਸੀਂ ਦੇਖ ਹੀ ਲਿਆ, ਉਹਨਾਂ ਨੇ 7 ਪਾਰਟੀਆਂ ਨਾਲ ਕੱਲ ਮੀਟਿੰਗ ਕੀਤੀ ਹੈਗੀ ਹੈ। ਔਰ ਹੁਣ ਦਿੱਕਤ ਜਿਹੜੀ ਆਊਗੀ ਉਹ ਇਹੀ ਆਊਗੀ ਕਿ ਕੀ ਉਹ ਗਠਜੋੜ ਵਿਦਆਊਟ ਕਾਂਗਰਸ ਹੋਏ, ਮਾਈਨਸ ਕਾਂਗਰਸ ਹੋਏ, ਜਾਂ ਕਾਂਗਰਸ ਨੂੰ ਵਿੱਚ ਰੱਖ ਕੇ ਹੋਏ। ਅਗਰ ਉਹ ਕਾਂਗਰਸ ਨੂੰ ਵਿੱਚ ਰੱਖਦੇ ਆ ਤਾਂ ਇੱਕ ਪ੍ਰੋਬਲਮ ਇਹ ਆਏਗੀ ਕਿ ਜਿੰਨਾ ਸਟੇਟਾਂ ਦੇ ਵਿੱਚ ਰੀਜਨਲ ਪਾਰਟੀਆਂ ਦੀ ਲੜਾਈ ਡਾਇਰੈਕਟ ਕਾਂਗਰਸ ਨਾਲ ਹੈ, ਉੱਥੇ ਉਹ ਕਿਵੇਂ ਚੱਲਣਗੀਆਂ? ਬਿਲਕੁਲ, ਸਪੋਜ਼ ਅਕਾਲੀ ਦਲ ਹੈ, ਉਹ ਕਾਂਗਰਸ ਨਾਲ ਫਾਈਟ 'ਚ ਹੈ ਤੇ ਉਹ ਕੱਲ ਨੂੰ ਉੱਥੇ ਕਹੇ ਵੀ ਕਾਂਗਰਸ ਸਾਡੀ ਭਾਈਵਾਲ ਹੈ, ਤੇ ਕਿਵੇਂ ਚੱਲੇਗਾ? ਹੈ ਨਾ। ਇਸ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਉਹ ਮੈਨੂੰ ਲੱਗਦਾ ਕਿ ਥੋੜੀ ਦਿਨਾਂ 'ਚ ਕਲੈਰਿਟੀ ਆਊਗੀ ਕਿ ਕੀ ਨਿਰੋਲ ਇਸ ਪਾਰਟੀਆਂ ਦਾ ਇੱਕ ਸੰਗਠਨ ਹੋਣਾ ਚਾਹੀਦਾ, ਔਰ ਇਹ ਜੀ ਕਾਂਗਰਸ ਵਾਲਾ ਜਿਹੜੀ ਕੋਈ ਹੈਗਾ ਦਲ ਉਹ ਬਾਹਰ ਤੋਂ ਸਪੋਰਟ ਕਰੇ, ਜਾਂ ਕਾਂਗਰਸ ਅਗਰ ਇੰਨੀਆਂ ਸੀਟਾਂ ਲਿਜਾ ਸਕਦੀ ਹੈ, ਮਤਲਬ ਜੇ ਉਹ ਸਭ ਤੋਂ ਵੱਡਾ ਦਲ ਬਣ ਜਾਂਦਾ ਹੈ, ਚਾਹੇ ਉਹ ਸੱਤਾ 'ਚ ਨਾ ਆ ਸਕਦਾ ਹੋਵੇ, ਲੇਕਿਨ ਅਗਰ ਸਭ ਤੋਂ ਵੱਡਾ ਦਲ ਬਣ ਜਾਂਦਾ ਹੈ ਤਾਂ ਕੀ ਇਹ ਫਿਰ ਜਿਹੜਾ ਰੀਜਨਲ ਪਾਰਟੀਆਂ ਦਾ ਗਠਜੋੜ ਹੈ ਉਹ ਉਹਨੂੰ ਸਪੋਰਟ ਕਰੇ। ਇਸ ਤਰ੍ਹਾਂ ਦਾ ਤਾਂ ਡਿਸਾਈਡ ਹੋਏਗਾ 2024 ਦੇ ਵਿੱਚ। ਲੇਕਿਨ ਹਜੇ ਜਿਹੜੀ ਸਭ ਤੋਂ ਅੱਜ ਦੀ ਡੇਟ 'ਚ ਦਿੱਕਤ ਹੈਗੀ ਹੈ ਉਹ ਪਹਿਲੀ ਹੈ ਕਿ ਲੀਡਰਸ਼ਿਪ, ਕਿਹਨੂੰ ਲੀਡ ਕੌਣ ਕਰੇਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਮਤਾ ਬੈਨਰਜੀ ਦਾ ਨਾਮ ਚੱਲ ਰਿਹਾ, ਚੰਦਰਬਾਬੂ ਨਾਇਡੂ ਦਾ ਨਾਮ ਚੱਲ ਰਿਹਾ ਹੈ, ਫਿਰ ਤੁਹਾਡੇ ਨਿਤਿਸ਼ ਕੁਮਾਰ ਦਾ ਨਾਮ ਚੱਲ ਰਿਹਾ। ਸ਼ਰਦ ਕੁਮਾਰ ਦਾ ਹੁਣ ਥੋੜਾ ਪਿੱਛੇ ਹੋ ਗਿਆ ਕਿਉਂਕਿ ਇੱਕ ਤਾਂ ਏਜ ਫੈਕਟਰ ਹੈਗਾ, ਏਜ ਦੇ ਉਸ ਚੋਂ ਨਹੀਂ ਫਿੱਟ ਹੋ ਪਾ ਰਹੇ। ਇਸ ਕਰਕੇ 3-4 ਲੀਡਰ ਹੈਗੇ ਨੇ ਜਿਨ੍ਹਾਂ ਨੇ ਕਿਸੇ ਟਾਈਮ ਜਾਂ ਹੁਣ ਮੋਦੀ ਨਾਲ ਸਿੱਧਾ ਪੰਗਾ ਲਿਆ, ਚਾਹੇ ਨਿਤਿਸ਼ ਕੁਮਾਰ ਹੋਵੇ, ਮਮਤਾ ਬੈਨਰਜੀ ਹੋਵੇ, ਔਰ ਚਾਹੇ ਚੰਦਰਬਾਬੂ ਨਾਇਡੂ ਹੋਣ। ਇਹ ਸਾਰੇ ਇਸ ਤਰ੍ਹਾਂ ਦੇ ਹੀ ਨੇਤਾ ਨੇ, ਔਰ ਕਿਤੇ ਨਾ ਕਿਤੇ ਕਿਉਂਕਿ ਹੁਣ ਬਹੁਤ ਪੁਰਾਣੇ ਲੀਡਰ ਹੋ ਚੁੱਕੇ ਨੇ, ਇਹਨਾਂ ਦੀ ਪਹਿਚਾਣ ਵੀ ਬਣ ਚੁੱਕੀ ਹੈ, ਔਰ ਇਹੋ ਜਿਹੀਆਂ ਸਟੇਟਾਂ ਤੋਂ ਆ ਰਹੇ ਨੇ ਜਿੱਥੇ ਚੰਗੀ ਮਤਲਬ ਸੀਟਾਂ ਵੀ ਹੈਗੀਆਂ ਨੇ। ਜਿਵੇਂ ਸਮਾਜਵਾਦੀ ਪਾਰਟੀ ਹੈ, ਸਪੋਜ਼ ਉਹ ਕੱਲ ਯੂਪੀ ਤੋਂ ਮਤਲਬ ਕੱਲ ਉਹ ਕਿਸੇ ਨਾਲ ਗਠਜੋੜ ਕਰਕੇ ਅੱਛੀਆਂ ਖਾਸੀਆਂ ਸੀਟਾਂ ਲੈ ਪਾਉਂਦੀ ਆ, ਕਿਉਂਕਿ ਬੀਜੇਪੀ ਦਾ ਉੱਥੇ ਅਲਟਰਨੇਟਿਵ ਐਸਪੀ ਹੀ ਹੈ ਜਾਂ ਬੀਐਸਪੀ ਹੈ। ਤਾਂ ਉਹਨਾਂ ਦੋਨਾਂ ਚੋਂ ਕਿਹੜੀ ਪਾਰਟੀ ਫਿਰ ਇਸ ਦਾ ਹਿੱਸਾ ਬਣ ਸਕਦੀ ਹੈ? ਬੀਐਸਪੀ ਵੀ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹਾਂਦੀ ਹੈ, ਲੇਕਿਨ ਐਸਪੀ ਫਿਰ ਵੀ ਇੱਕ ਜਿਹੜੀ ਹੈਗੀ ਹੈ ਇੱਦਾਂ ਦੀ ਪਾਰਟੀ ਹੈ ਜੋ ਨਿਰੋਲ ਰੀਜਨਲ ਪਾਰਟੀ ਹੈ, ਔਰ ਉਹ ਇਹਨਾਂ ਨਾਲ ਆ ਸਕਦੀ ਹੈ, ਕਿਤੇ ਨਾ ਕਿਤੇ ਇਹਨਾਂ ਨਾਲ ਜੁੜ ਸਕਦੀ ਹੈ। ਸੋ ਇੱਕ ਇਹਦੇ ਨਾਲ ਇਹ ਫਾਇਦਾ ਜਾਂ ਫਰਕ ਜਾਂ ਪ੍ਰਭਾਵ ਜ਼ਰੂਰ ਪਏਗਾ ਕਿ ਜਾਂ ਤਾਂ ਜਿਹੜੀਆਂ ਇਹ ਦੋਨੋਂ ਪਾਰਟੀਆਂ ਨੇ, ਕਾਂਗਰਸ ਔਰ ਬੀਜੇਪੀ, ਇਹ ਅਸਲ 'ਚ ਜਿਹੜਾ ਸੰਘਵਾਦ ਹੁੰਦਾ ਹੈ, ਫੈਡਰਲ ਸਿਸਟਮ ਹੈ, ਉਹਨੂੰ ਠੀਕ ਕਰਨਗੀਆਂ ਔਰ ਉਸ 'ਤੇ ਹੀ ਚੱਲਣਾ ਸ਼ੁਰੂ ਕਰ ਦੇਣਗੀਆਂ। ਅਗਰ ਉਹਨਾਂ ਨੂੰ ਖਤਰਾ ਨਜ਼ਰ ਆਉਣ ਲੱਗ ਗਿਆ ਕਿ ਨਹੀਂ, ਅਗਰ ਅਸੀਂ ਇਹ ਕਰਾਂਗੇ ਤਾਂ ਇਹ ਰੀਜਨਲ ਪਾਰਟੀਆਂ ਜਿਹੜੀਆਂ ਹੈ ਸਾਡੇ ਤੋਂ ਸੱਤਾ ਖੋਹ ਲੈਣਗੀਆਂ, ਜਾਂ ਤਾਂ ਇਸ ਤਰ੍ਹਾਂ ਦਾ ਕੁਝ ਹੋ ਸਕਦਾ, ਔਰ ਜਾਂ ਫਿਰ ਮੈਨੂੰ ਲੱਗਦਾ ਕਿ ਇੱਕ ਵੱਡਾ ਗਠਜੋੜ ਜਿਹੜਾ ਹੈਗਾ ਉਹ ਸਾਨੂੰ ਦੇਖਣ ਨੂੰ ਮਿਲ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ। ਸਰ, ਲੋਕ ਸਭਾ ਤੇ ਰਾਜ ਸਭਾ ਦਾ ਜਿਹੜਾ ਮੌਨਸੂਨ ਇਜਲਾਸ ਚੱਲ ਰਿਹਾ ਉਹਦੇ ਬਾਰੇ ਵੀ ਗੱਲ ਕਰਨੀ ਖਾਸ ਤੌਰ ਤੇ ਬਣਦੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ 19 ਤਰੀਕ ਤੋਂ 19 ਜੁਲਾਈ ਤੋਂ ਜਿਹੜਾ ਸੈਸ਼ਨ ਹੈ ਸ਼ੁਰੂ ਹੋਇਆ, ਔਰ ਅੱਜ ਦੇ ਦਿਨ ਤੱਕ ਲੋਕ ਸਭਾ ਦੇ ਵਿੱਚ ਵਿਰੋਧੀ ਧਿਰਾਂ ਭਾਰੂ ਰਹੀਆਂ ਨੇ। ਜਦੋਂ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਨਵੀਂ ਕੈਬਨਿਟ ਦੇ ਬਾਰੇ ਜਾਣਕਾਰੀ ਦੇਣ ਲੱਗੇ ਸੀ ਤੇ ਉਹਨਾਂ ਦੇ ਭਾਸ਼ਣ ਦਾ ਜ਼ੋਰਦਾਰ ਵਿਰੋਧ ਹੋਇਆ, ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਵਿਰੋਧ ਹੋ ਰਿਹਾ। ਔਰ ਜਦੋਂ ਕਿਸਾਨ ਆਗੂਆਂ ਦੀ ਗੱਲ ਕਰੀਏ ਤੇ ਉਹ ਕਹਿੰਦੇ ਕਿ 70 ਸਾਲਾਂ 'ਚ ਆਜ਼ਾਦੀ ਦੇ 70 ਸਾਲਾਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਸਾਡੇ ਵਿਪ ਨੇ ਰਾਜ ਸਭਾ ਤੇ ਲੋਕ ਸਭਾ ਨੂੰ ਇੱਕ ਮਜ਼ਬੂਤੀ ਦਿੱਤੀ ਹੋਵੇ, ਵਿਰੋਧੀ ਧਿਰਾਂ ਨੂੰ ਮਜ਼ਬੂਤ ਕੀਤਾ ਹੋਵੇ। ਦੇਖੋ, ਇਹ ਬਿਲਕੁਲ ਠੀਕ ਗੱਲ ਹੈ। ਮੈਨੂੰ ਇਹ ਜੋ ਫਾਰਮਰਸ ਨੇ ਕਿਹਾ ਹੈ ਇਹ ਗੱਲ, ਇਹ ਉਹਦਾ ਪ੍ਰਭਾਵ ਉੱਥੇ ਦੇਖਣ ਨੂੰ ਮਿਲਦਾ ਹੈ। ਤੁਸੀਂ ਦੇਖਿਆ ਹੋਣਾ ਵੀ ਪਾਰਟੀਆਂ ਵਾਕਆਊਟ ਨਹੀਂ ਕਰ ਰਹੀਆਂ, ਪਾਰਟੀਆਂ ਬਹਿਸ਼ਕਾਰ ਨਹੀਂ ਕਰ ਰਹੀਆਂ, ਉਹ ਅੰਦਰ ਹੀ ਖੜੀਆਂ ਨੇ ਡਟ ਕੇ। ਇਹ ਪ੍ਰਭਾਵ ਤਾਂ ਕਿਸਾਨਾਂ ਦਾ ਹੈ। ਤੁਸੀਂ ਦੇਖੋ, ਮੈਨੂੰ ਇਹ ਲੱਗ ਰਿਹਾ ਹੈ ਵੀ ਜੇ ਇਸ ਪ੍ਰਭਾਵ ਨੂੰ ਕਬੂਲ ਕਰ ਰਹੇ ਹੈ
ਕੱਲ ਨੂੰ ਇਹ ਪ੍ਰਭਾਵ ਇਲੈਕਸ਼ਨਾਂ 'ਚ ਵੀ ਨਜ਼ਰ ਆਊਗਾ ਬਿਲਕੁਲ। ਜਿਵੇਂ ਉਹਨਾਂ ਨੇ ਕਹਿਤਾ ਕਿ ਅਸੀਂ ਯੂਪੀ 'ਚ ਵੈਸਟਰਨ ਉੱਤਰਾਖੰਡ ਦੇ ਵਿੱਚ ਅਸੀਂ ਉਹ ਕਰਾਂਗੇ, ਤਾਂ ਮੈਨੂੰ ਲੱਗਦਾ ਕਿ ਉਹ ਪਿਛਲੀ ਵਾਰ ਬੀਜੇਪੀ ਇੱਥੇ ਲਗਭਗ ਸਾਫ਼ ਕੀਤਾ ਸੀ ਬੀਜੇਪੀ ਨੇ, ਅਗਰ ਉਹ ਉੱਥੇ ਉਲਟ ਜਾਂਦਾ ਹੈ ਨਾ, ਤਾਂ ਔਰ ਦੂਜੇ ਫਿਰ ਉਹਦਾ ਪ੍ਰਭਾਵ ਦੂਜੇ ਖੇਤਰ ਤੇ ਵੀ ਆਏਗਾ, ਤਾਂ ਨੈਚੁਰਲੀ ਫਿਰ ਬੀਜੇਪੀ ਲਈ ਇੱਕ ਵੱਡੀ ਚੁਣੌਤੀ ਖੜੀ ਹੋਣ ਵਾਲੀ ਹੈ। ਉਹਨਾਂ ਨੂੰ 3 ਕ੍ਰਿਸ਼ੀ ਕਾਨੂੰਨਾਂ ਦੇ ਉੱਤੇ ਕੋਈ ਨਾ ਕੋਈ ਮਿਡਵੇ ਕੱਢਣਾ ਹੀ ਪਊਗਾ ਅਗਰ ਉਹਨੇ ਉਸ ਤੋਂ ਬਚਣਾ ਹੈ, ਨਹੀਂ ਤਾਂ ਉਹਨੂੰ ਬਹੁਤ ਵੱਡੀ ਸੱਟ ਵੱਜਣ ਵਾਲੀ ਹੈ। ਕਿਉਂਕਿ ਯੂਪੀ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਹਾਨੂੰ ਸੱਤਾ 'ਚ ਆਉਣਾ ਵੀ ਮੁਸ਼ਕਿਲ ਹੋ ਜਾਏਗਾ, ਕਿਉਂਕਿ ਯੂਪੀ ਇਕੱਲਾ ਹੀ 80 ਸੀਟਾਂ ਲੈ ਕੇ ਬੈਠਾ। ਤਾਂ ਮੈਨੂੰ ਇਹ ਲੱਗ ਰਿਹਾ ਯੂਪੀ ਔਰ ਪੰਜਾਬ, ਹਰਿਆਣਾ, ਰਾਜਸਥਾਨ, ਇਹ ਸਾਰੇ ਏਰੀਆਜ਼ ਇੱਦਾਂ ਦੇ ਨੇ ਜਿੱਥੇ ਉਹਨਾਂ ਨੂੰ ਬਹੁਤ ਸੀਟਾਂ ਮਿਲੀਆਂ ਨੇ, ਔਰ ਤੁਸੀਂ ਦੇਖੋ ਕਿ ਅਗਰ ਆਪਾਂ ਇਹਨਾਂ ਨੂੰ ਮਾਈਨਸ ਕਰ ਦਿੰਦੇ ਹਾਂ ਤਾਂ ਉਹ ਅਲਪਮਤ 'ਚ ਨੇ। ਅਗਰ ਅਗਲੀ ਵਾਰੀ 24 'ਚ ਇੱਥੇ ਉਹਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਤਾਂ ਮੈਨੂੰ ਇਹ ਲੱਗ ਰਿਹਾ ਕਿ ਉਹ ਅਲਪਮਤ 'ਚ ਆ ਜਾਣਗੇ ਔਰ ਉਹਨਾਂ ਦੇ ਹੱਥੋਂ ਸੱਤਾ ਜਾ ਸਕਦੀ ਹੈ। ਤਾਂ ਉੱਥੇ ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਇੱਕ ਖਲਬਲੀ ਤਾਂ ਮਚੀ ਹੋਈ ਹੈ, ਪਰ ਉਹ ਸਟੈਂਡ ਕਦੋਂ ਚੇਂਜ ਕਰਦੀ ਹੈ ਇਹ ਥੋੜਾ ਜਿਹਾ ਦੇਖਣ ਵਾਲਾ ਹੋਏਗਾ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ 2024 ਦੀ ਜਿਹੜੀ ਰਣਨੀਤੀ ਹੈ ਉਹ ਲਿਖੀ ਜਾਣੀ ਸ਼ੁਰੂ ਹੋ ਗਈ ਹੈ। ਹਾਲਾਂਕਿ 2 ਸਾਲ ਦਾ ਸਮਾਂ ਜਿਹੜਾ ਹੈ ਉਹ ਪਿਆ ਹੈ, ਪਰ ਫਿਰ ਵੀ 2 ਸਾਲ ਦੀ ਜਿਹੜੀ ਰਣਨੀਤੀ ਇੱਕ ਮਜ਼ਬੂਤ ਕੀਤੀ ਜਾ ਰਹੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੀ ਟੱਕਰ ਦੇਣੀ ਹੈ ਔਰ ਮਮਤਾ ਬੈਨਰਜੀ ਜੋ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ, ਉਹਨਾਂ ਵੱਲੋਂ ਜਿਹੜੀ ਤਿਆਰੀ ਹੈ ਵਿੱਢ ਦਿੱਤੀ ਗਈ ਹੈ। ਹਾਲਾਂਕਿ ਇਸ ਪੂਰੇ ਗੱਠਜੋੜ ਦੇ ਵਿੱਚ ਪੂਰੇ ਜਿਹੜਾ ਏਕਾ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਵੀ ਆ ਸਕਦੀਆਂ ਨੇ, ਬਹੁਤ ਸਾਰੀਆਂ ਮੁਸ਼ਕਿਲਾਂ ਵੀ ਆ ਸਕਦੀਆਂ ਨੇ, ਔਰ ਜਿਨ੍ਹਾਂ ਨੂੰ ਸਰ ਕਰਨਾ ਕਿਸ ਤਰੀਕੇ ਨਾਲ ਸਰ ਕੀਤਾ ਜਾਂਦਾ ਹੈ ਆਉਣ ਵਾਲਾ ਵਕਤ ਦੱਸੇਗਾ, ਜਾਂ ਇਲੈਕਸ਼ਨਸ ਦੇ ਨੇੜੇ ਇਹ ਜਿਹੜੀ ਤਸਵੀਰ ਹੈ ਉਹ ਸਾਫ਼ ਹੋਏਗੀ। ਔਰ ਨਾਲ ਹੀ ਗੱਲਬਾਤ ਕੀਤੀ ਹੈ ਕਿ ਲੋਕ ਸਭਾ ਤੇ ਰਾਜ ਸਭਾ ਦੋਵੇਂ ਸਦਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਰੋਧੀ ਧਿਰਾਂ ਭਾਰੂ ਰਹੀਆਂ ਨੇ, ਕਿਸਾਨੀ ਮੰਗਾਂ ਦੀ ਜਿਹੜੀ ਆਵਾਜ਼ ਹੈ ਉਹ ਚੁੱਕੀ ਜਾ ਰਹੀ ਹੈ। 70 ਸਾਲਾਂ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਆਜ਼ਾਦੀ ਤੋਂ ਬਾਅਦ, ਜਿਸ ਤਰ੍ਹਾਂ ਕਿ ਕਿਸਾਨ ਆਗੂਆਂ ਨੇ ਕਿਹਾ, ਜਦੋਂ ਵਿਰੋਧੀ ਧਿਰਾਂ ਵਾਕਆਊਟ ਨਾ ਕਰਕੇ ਆਪਣੀ ਗੱਲ ਜ਼ੋਰਦਾਰ ਤਰੀਕੇ ਦੇ ਨਾਲ, ਜ਼ੋਰਦਾਰ ਹੰਗਾਮੇ ਦੇ ਨਾਲ ਦੋਵੇਂ ਸਦਨਾਂ ਦੇ ਵਿੱਚ ਰੱਖ ਰਹੀਆਂ ਨੇ, ਜੋ ਕਿ ਭਾਜਪਾ ਦੇ ਲਈ ਇੱਕ ਵੱਡੀ ਮੁਸ਼ਕਿਲ ਭਵਿੱਖ ਦੇ ਵਿੱਚ ਸਾਬਿਤ ਹੋ ਸਕਦਾ ਹੈ। ਫਿਰ ਹਾਜ਼ਰ ਹੋਵਾਂਗੇ ਸਪੈਸ਼ਲ ਰਿਪੋਰਟ ਦੇ ਅਗਲੇ ਐਪੀਸੋਡ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।